ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਪੜ੍ਹਨ ਦੇ ਲਈ ਆਉਂਦੇ ਆ, ਫਿਰ ਇੱਥੇ ਆ ਕੇ ਕੰਮ ਕਰਦੇ ਆ ਤੇ ਫਿਰ ਪੱਕੇ ਹੋ ਜਾਂਦੇ ਆ। ਇਹ ਪ੍ਰੋਸੈਸ ਦੇ ਵਿੱਚ ਕਈ ਵਾਰੀ ਇਹ ਸਟੂਡੈਂਟਸ ਨੂੰ ਐਕਸਪਲੋਇਟ ਕੀਤਾ ਜਾਂਦਾ ਕੰਮ ਦੇ ਮਾਮਲੇ ਵਿੱਚ। ਤਿੰਨ ਚਾਰ ਗੱਲਾਂ ਸੁਣਨ ਨੂੰ ਮਿਲਦੀਆਂ। ਕੁਝ ਲੋਕ ਕਹਿੰਦੇ ਆ ਵੀ ਜਿਹੜੇ EMPLOYER ਆ ਉਹਦੇ ਕੋਲੋਂ ਕੋਈ ਲੈਟਰ ਲੈਣੀ ਹੁੰਦੀ ਆ ਤੇ ਉਹ ਲੈਟਰ ਲੈਣ ਦੇ ਲਈ ਫਿਰ ਇਹਨਾਂ ਨੂੰ ਕਈ ਵਾਰੀ ਘੱਟ ਵੇਜਸ ਤੇ ਉੱਥੇ ਕੰਮ ਕਰਨਾ ਪੈਂਦਾ। ਕਈ ਵਾਰੀ ਕੋਈ ਇੱਕ LMIA ਸ਼ਬਦ ਆ, ਇਹ ਬਹੁਤ ਵਰਤੋਂ ਦੇ ਵਿੱਚ ਆਉਂਦਾ ਕਿ ਉਹਨੂੰ LMIA ਲਈ ਕਿਸੇ ਨਾ ਕਿਸੇ ਗਲਤ ਤਰੀਕੇ ਲਈ ਜਾਣਾ ਪੈਂਦਾ। ਬਹੁਤੇ ਸਟੂਡੈਂਟਸ ਨੂੰ ਸੁਣੀਆਂ ਸੁਣਾਈਆਂ ਗੱਲਾਂ ਇੱਕ ਦੂਜੇ ਤੋਂ ਕਰਦੇ ਆ, ਜਾਣਕਾਰੀ ਨਹੀਂ ਹੁੰਦੀ। ਅਸੀਂ ਅੱਜ ਇਹ ਜਾਣਨਾ ਚਾਹੁੰਦੇ ਆ ਕਿ ਇੱਕ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਆ ਗਿਆ, ਉਹਨੇ ਇੱਥੇ ਆ ਕੇ ਪੱਕਾ ਹੋਣਾ ਆ, ਪੜ੍ਹਾਈ ਜਦੋਂ ਉਹਨੇ ਪੂਰੀ ਕਰ ਲਈ ਉਸ ਤੋਂ ਬਾਅਦ ਉਹ ਚਾਹੁੰਦਾ ਆ ਕਿ ਮੈਂ ਕੈਨੇਡਾ ਦੇ ਵਿੱਚ ਰਵਾਂ। ਇਹ ਪ੍ਰੋਸੈਸ ਕੀ ਆ, ਇਹਦੇ ਵਿੱਚ EMPLOYER ਦੇ ਹੱਥ 'ਚ ਕੀ ਆ? ਜੇ ਉਹ ਕਿਤੇ ਕੰਮ ਕਰਦਾ, ਉਹ ਬੰਦਾ ਉਹਨੂੰ ਕੋਈ ਲੈਟਰ ਨਹੀਂ ਦਿੰਦਾ ਤਾਂ ਉਹਦਾ ਨੁਕਸਾਨ ਕੀ ਹੋ ਸਕਦਾ? ਜੇ ਉਹ ਵੈਨਕੂਵਰ ਦੇ ਵਿੱਚ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ, ਜਾਂ ਉਹ ਕਲੋਨੇ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ? ਆਈਲੈਟਸ ਕਿੰਨਾ ਕੁ ਰੋਲ ਪਲੇ ਕਰਦਾ ਆ? ਉਹਦੇ ਜਿਹੜੀ ਮੰਨ ਲਓ ਉਹ ਊਬਰ ਚਲਾਉਂਦਾ ਆ, ਉਹਦਾ ਕਿੰਨਾ ਕੁ ਫਾਇਦਾ ਆ? ਜਾਂ ਉਹ ਆਪਣੀ ਕਈ ਵਿਦਿਆਰਥੀ ਜਿਹੜੇ ਉਹ ਡਿਪਲੋਮੇ ਲਈ ਪੜ੍ਹਨ ਆਉਂਦੇ ਆ, ਕਈ ਡਿਗਰੀ ਲਈ ਪੜ੍ਹਨ ਆਉਂਦੇ ਆ, ਇਹਦਾ ਪੱਕੇ ਹੋਣ 'ਚ ਕੀ ਫਰਕ ਪੈਂਦਾ? ਬਿਨਾਂ ਕਿਸੇ EMPLOYER ਦੀ ਮਦਦ ਤੋਂ, ਬਿਨਾਂ ਕਿਸੇ LMIA ਵਾਲੇ ਚੱਕਰ ਤੋਂ ਇੱਕ ਸਧਾਰਨ ਪੜ੍ਹ ਆਇਆ ਵਿਦਿਆਰਥੀ ਜੇਕਰ ਇੱਥੇ ਪੜ੍ਹਦਾ ਆ ਤਾਂ ਉਹ ਪੱਕਾ ਹੋ ਸਕਦਾ? ਇਸ ਸੰਬੰਧੀ ਅਸੀਂ ਜਾਣਕਾਰੀ ਲੈਣ ਦੇ ਲਈ ਅੱਜ TPSG ਇਮੀਗ੍ਰੇਸ਼ਨ ਤੇ ਤੇਜਿੰਦਰ ਸਿੰਘ ਹੋਣਾ ਦੇ ਕੋਲ ਆਏ ਆ। ਤੇਜਿੰਦਰ ਜੀ, ਸਾਨੂੰ ਦੱਸਿਓ, ਇਹ ਜਿਹੜੇ ਸਟੂਡੈਂਟ ਆਉਂਦੇ ਆ ਬਿਨਾਂ EMPLOYER ਦੀ ਮਦਦ ਤੋਂ ਪੱਕੇ ਹੋ ਸਕਦੇ ਹੁੰਦੇ? EMPLOYER ਦਾ ਇਹਦੇ 'ਚ ਕੀ ਰੋਲ ਆ ਜਿਹਦੇ ਕੋਲ ਉਹ ਕੰਮ ਕਰਦੇ ਆ? ਹਾਂਜੀ, ਮੈਂ ਦੱਸਦਾ ਜੀ। ਪੱਕੇ ਹੋ ਸਕਦੇ ਜੀ। ਪਹਿਲਾਂ ਤਾਂ ਸਭ ਤੋਂ ਬੇਸਿਕ ਸਟੈਪ ਤੋਂ ਆਪਾਂ ਚੱਲਦੇ ਹਾਂ। ਇੱਥੇ ਜਦੋਂ ਵੀ ਕੋਈ ਸਟੂਡੈਂਟ ਆਉਂਦਾ ਇੱਥੇ, ਉਹਨੂੰ ਜਦੋਂ ਜਿਹੜੇ ਕਾਲਜ 'ਚ ਐਡਮਿਸ਼ਨ ਲੈਣੀ, ਉਹਨੂੰ ਘੋਖ ਪੜਤਾਲ ਕਰਨੀ ਜ਼ਰੂਰੀ ਆ ਵੀ ਮੇਰਾ ਕਾਲਜ ਆਫਟਰ ਸਟੱਡੀਜ਼ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਜੇ ਉਹ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਆਫਟਰ ਸਟੱਡੀਜ਼, ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਤਾਂ ਉਹ ਕਦੇ ਵੀ ਪੱਕਾ ਨਹੀਂ ਹੋ ਸਕਦਾ। ਇਹ ਕਾਲਜ ਹੁੰਦੇ ਆ ਵੀ ਜਿੱਥੇ ਐਡਮਿਸ਼ਨ ਮਿਲ ਗਈ ਉਹ ਪੜ੍ਹਦਾ ਤੇ ਵਰਕ ਪਰਮਿਟ ਨਾ ਮਿਲੇ? ਬਹੁਤ ਤਰ੍ਹਾਂ ਦੇ ਕਾਲਜ ਹੈਗੇ ਆ, ਅਤੇ ਕਾਲਜਾਂ ਦੇ ਵਿੱਚ ਹੋਰ ਵੀ ਡੀਟੇਲ ਹੈਗੀ ਹੈ। ਕੈਨੇਡਾ ਗੌਰਮੈਂਟ ਦੀ ਵੈਬਸਾਈਟ 'ਤੇ cic.gc.ca 'ਤੇ ਹੈਗੀ ਹੈ। ਅਤੇ ਇਹਦੇ 'ਚ ਉੱਥੇ ਕੀ ਕੀਤਾ, ਉਹਨਾਂ ਨੇ ਪ੍ਰੋਪਰਲੀ ਡਿਕਲੇਅਰ ਕੀਤਾ ਹੋਇਆ ਵੀ ਇਹ ਕਾਲਜ ਆਫਟਰ ਸਟੱਡੀਜ਼ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੇ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਉਹਦੀ ਡੀਟੇਲਸ ਦੇ ਵਿੱਚ ਜਾ ਕੇ ਜੇ ਉਹ ਕਾਲਜ 10 ਕੋਰਸ ਕਰਾਉਂਦਾ, ਇਹ ਵੀ ਹੋ ਸਕਦਾ ਵੀ ਸਿਰਫ 2 ਦੇ ਲਈ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਐਲੀਜੀਬਲ ਆ। 8 ਕੋਰਸਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਲਈ, ਕਾਲਜ DLI ਹੈਗਾ, ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਕਹਿ ਦਿੰਦੇ ਆ, ਪਰ ਜੇ ਉਹ ਕਾਲਜ ਜਿਹੜਾ ਉਹ ਕੋਰਸ ਜਿਹੜੇ ਆ ਪਰਟੀਕੂਲਰ ਉਹਦੇ ਲਈ PGWP ਅਲਾਊਡ ਨਹੀਂ ਹੈਗਾ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਫਿਰ ਉਹਦਾ ਦੂਜਾ ਹੱਲ LMIA ਵਗੈਰਾ ਜੋ ਵੀ ਤੁਸੀਂ ਅਦਰ ਦੂਜੇ ਢੰਗ ਨੇ ਉਹ ਹੋ ਸਕਦਾ। ਕੋਈ ਕਿਸੇ ਨਾਲ ਮੈਰਿਜ ਕਰਵਾ ਲਵੇ ਇੱਥੋਂ ਦੇ PR ਦੇ ਨਾਲ। ਇੱਕ ਹੋਰ ਗੱਲ ਦੱਸਿਓ, ਉਹਦੇ ਵਿੱਚ ਕੁਝ ਨਿਆਣੇ ਡਿਪਲੋਮਾ ਕਰ ਲਈ ਆਉਂਦੇ ਆ, ਕੁਝ ਜ਼ਿਆਦਾ ਲੰਬੀ ਡਿਗਰੀ ਕਰਨ ਦੇ ਲਈ ਆਉਂਦੀ, ਇਹਦਾ ਵਰਕ ਪਰਮਿਟ 'ਚ ਕੋਈ ਫਰਕ ਪੈਂਦਾ? ਹਾਂਜੀ, ਇਹਦੇ 'ਚ ਵਰਕ ਪਰਮਿਟ ਦੇ ਵਿੱਚ ਇਹ ਫਰਕ ਪੈਂਦਾ ਜੀ, ਜਿਹੜੇ ਜਿੰਨੀ ਸਟੱਡੀ ਆ ਉਹਨਾਂ ਤਾਂ ਵਰਕ ਪਰਮਿਟ ਉਹਨਾਂ ਨੇ ਦੇਣਾ ਹੀ ਦੇਣਾ ਤੁਹਾਨੂੰ। ਦੱਸੇ 2 ਸਾਲ ਦਾ ਕੋਰਸ ਆ, 2 ਸਾਲ ਦਾ ਵਰਕ ਪਰਮਿਟ ਮਿਲ ਜਾਣਾ। ਜੇ 3 ਡਿਗਰੀ ਪ੍ਰੋਗਰਾਮ ਆ ਉਹਦੇ 'ਚ 3 ਸਾਲ ਦਾ ਵੀ ਵਰਕ ਪਰਮਿਟ ਮਿਲਦਾ। ਇੱਕ ਵਰਕ ਪਰਮਿਟ ਦੀ ਡਿਊਰੇਸ਼ਨ ਵੱਧ ਜਾਂਦੀ ਆ ਡਿਗਰੀ ਅਤੇ ਡਿਪਲੋਮੇ ਦੇ ਵਿੱਚ। ਇਹਦੇ ਵਿੱਚ ਹੁਣ ਵਰਕ ਪਰਮਿਟ, ਚਲੋ ਉਹਨੇ ਜੋ ਸਟੂਡੈਂਟ ਨੇ ਪੜ੍ਹਾਈ ਪੂਰੀ ਕਰ ਲਈ, ਹੁਣ ਉਹਨੂੰ ਵਰਕ ਪਰਮਿਟ ਮਿਲ ਗਿਆ ਤੇ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਹੁਣ ਪੱਕੇ ਹੋਣ ਲਈ ਅਗਲਾ ਸਟੈਪ ਕੀ ਹੈ? ਹਾਂਜੀ, ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਦੇ 'ਚ 2-3 ਤਰ੍ਹਾਂ ਦੀਆਂ ਕਲਾਸਿਸ ਆਉਂਦੀਆਂ ਨੇ ਸਟਰੀਮ। ਪਹਿਲਾਂ ਤਾਂ ਉਹਨੇ ਫੈਡਰਲ ਦੇ ਵਿੱਚ 1 ਸਾਲ ਕੰਮ ਕਰਕੇ ਉਹਨੇ ਜਿਹੜੀ ਐਕਸਪ੍ਰੈਸ ਐਂਟਰੀ ਉਹਦੇ 'ਚ ਆਪਣਾ ਪ੍ਰੋਫਾਈਲ ਕ੍ਰੀਏਟ ਕਰ ਸਕਦਾ। ਜੇ ਉਹ ਆਈਲੈਟਸ ਦੇ ਸਕੋਰ ਗੁੱਡ ਨੇ ਅਤੇ ਉੱਥੇ ਉਹਦੇ ਪੁਆਇੰਟ ਬਣ ਜਾਣਗੇ। ਪਰ ਕਈ ਵਾਰੀ ਉਸ CRS ਸਕੋਰ ਦੇ ਪੂਰਾ ਨਾ ਹੋਣ ਦੇ ਕਰਕੇ ਉਹਦੀ ਫਾਈਲ ਉੱਥੇ ਹੀ ਰਹਿ ਸਕਦੀ ਹੈ। ਪਰ ਜੇ ਇੱਥੇ ਉਹ ਕੰਮ ਕਰਦਾ, ਜਿਸ ਪੋਜੀਸ਼ਨ 'ਤੇ ਕਰਦਾ, ਜਿਸ ਰੀਜਨ ਦੇ ਵਿੱਚ ਕਰਦਾ, ਉਹਦੇ ਬੇਸ ਦੇ ਉੱਤੇ BCPNP ਥਰੂ ਉਹਦੀ ਫਾਈਲ ਦੇ ਵਿੱਚ ਉਹਦੇ ਪੁਆਇੰਟ ਵੱਧ ਸਕਦੇ ਆ, ਜਿਹੜੇ ਕਿ ਜੇ PNP ਦੇ ਵਿੱਚ ਉਹਦੀ ਸਿਲੈਕਸ਼ਨ ਹੋ ਜਾਂਦੀ ਆ ਅਤੇ ਫਾਈਲ ਅਪਰੂਵ ਹੋ ਜਾਂਦੀ ਆ ਤਾਂ ਜਿਹੜੀ ਐਕਸਪ੍ਰੈਸ ਐਂਟਰੀ ਆ ਉਹਦੇ ਵਿੱਚ ਉਹਦੇ 600 ਪੁਆਇੰਟ ਐਡ ਹੋ ਜਾਣਗੇ। ਮੇਨ ਚੀਜ਼ ਹੁਣ ਹੈਗੀ ਆ BCPNP, ਜਿਹਦਾ 600 ਪੁਆਇੰਟ ਆ, ਜਿਹਦੇ ਨਾਲ ਉਹਦਾ ਪੱਕਾ ਹੋਣ ਦਾ ਲਗਭਗ ਚਾਂਸ ਹੋ ਜਾਂਦੇ। ਜਿਹੜੀ BCPNP ਆ, ਇਹਦੇ ਲਈ ਕਿਹੜੇ ਮਤਲਬ ਪੁਆਇੰਟ ਆ, ਕਿੱਥੋਂ ਉਹਦੇ ਨੰਬਰ ਪੂਰੇ ਹੁੰਦੇ ਆ ਜੀ? ਹਾਂਜੀ, ਇਹਦੇ ਕਈ 6-7 ਫੈਕਟਰ ਨੇ। ਇੱਕ ਤਾਂ ਤੁਹਾਡਾ ਐਕਸਪੀਰੀਅੰਸ ਕੀ ਹੈ ਜੀ, ਜੇ 1 ਸਾਲ ਦਾ, 2 ਸਾਲ ਦਾ, 3 ਸਾਲ ਦਾ। ਉਸ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ 1 ਸਾਲ ਕੰਮ ਕੀਤਾ, ਉਹਦੇ 10 ਪੁਆਇੰਟ ਹੋ ਨੇ। ਉਸ ਤੋਂ ਬਾਅਦ ਕਿਸ ਪੋਜੀਸ਼ਨ 'ਤੇ ਕੰਮ ਕਰ ਰਹੇ ਹੋ, ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਇੱਕ ਬੰਦਾ ਊਬਰ ਚਲਾ ਰਿਹਾ, ਇੱਕ ਬੰਦਾ ਸੁਪਰਵਾਈਜ਼ਰ ਦੀ ਜੋਬ ਕਰ ਰਿਹਾ, ਇੱਕ ਮੈਨੇਜਰ ਦੀ ਜੋਬ ਕਰ ਰਿਹਾ। ਸੁਪਰਵਾਈਜ਼ਰ ਜਾਂ ਐਂਟਰੀ ਲੈਵਲ ਜੋਬਾਂ ਨੇ ਉਹਦੇ 5 ਪੁਆਇੰਟ ਹੀ ਆ। ਜਦੋਂ ਕੈਟੇਗਰੀ B ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਟ੍ਰੇਡ ਆ ਜਾਂਦੇ ਆ ਅਤੇ ਸੁਪਰਵਾਈਜ਼ਰ ਦੀ ਜੋਬ ਆ ਜਾਂਦੀ, ਉਹਦੇ 10 ਪੁਆਇੰਟ ਨੇ BCPNP ਦੇ ਵਿੱਚ। ਜੇ ਮੈਨੇਜਰੀਅਲ ਲੈਵਲ ਦੀ ਜੋਬ ਆ ਤਾਂ ਉਹਦੇ 25 ਪੁਆਇੰਟ ਜੁੜਦੇ ਆ ਜੀ।
ਉਦੋਂ ਬਾਅਦ ਉਹਦੇ ਆਈਲੈਟਸ ਦੇ ਸਕੋਰ ਕੀ ਨੇ, ਲੈਟਸ 5 ਸਕੋਰ ਨੇ ਉਹਨੂੰ 10 ਪੁਆਇੰਟ ਮਿਲਦੇ ਆ, ਉਹਦੇ 7 ਨੇ ਉਹਨੂੰ 18 ਪੁਆਇੰਟ ਮਿਲਦੇ ਆ। ਇਹ ਵੀ ਇੱਕ ਫੈਕਟਰ ਹੈਗਾ। ਜੇ ਜਿਹੜੀ ਜੌਬ ਉਹ ਕਰ ਰਿਹਾ ਉਹ ਜੇ ਸਕਿਲਡ ਟ੍ਰੇਡ ਦੇ ਵਿੱਚ ਆ ਜਾਂਦੀ ਹੈ, ਕੁਝ ਕੈਟੇਗਰੀਜ਼ ਹੈਗੀਆਂ ਨੇ ਉਹਨਾਂ ਨੂੰ 10 ਐਕਸਟਰਾ ਪੁਆਇੰਟ ਮਿਲਦੇ ਆ ਉਸ ਤਰ੍ਹਾਂ ਦਾ ਕੰਮ ਕਰਨ ਲਈ, ਜੇ ਉਹ ਜੌਬ ਇਨ ਡਿਮਾਂਡ ਜੌਬ ਆ BC ਦੇ ਵਿੱਚ, ਉਹਦੇ ਐਕਸਟਰਾ ਪੁਆਇੰਟ ਨੇ ਜੀ। ਫਿਰ ਉਹਨੇ ਜੇ ਪੜ੍ਹਾਈ ਕਿਹੜੀ ਕੀਤੀ ਆ, ਜੇ ਡਿਪਲੋਮਾ ਕੀਤਾ ਨਾਨ ਟ੍ਰੇਡ ਵਾਲਾ, ਉਹਨੂੰ 2 ਪੁਆਇੰਟ ਮਿਲਣੇ। ਜੇ ਉਹਨੇ ਟ੍ਰੇਡਸ ਵਾਲਾ ਡਿਪਲੋਮਾ ਕਰ ਲਿਆ ਉਹਨੂੰ 11 ਪੁਆਇੰਟ ਮਿਲਣੇ। ਜੇ ਉਹਨੇ ਡਿਗਰੀ ਕਰ ਲਈ ਉਹਨੂੰ 11 ਪੁਆਇੰਟ ਮਿਲਣੇ। ਤੇ ਜੇ ਉਹਨੇ ਡਿਗਰੀ BC ਚੋਂ ਕਰ ਲਈ ਫਿਰ ਉਹਨੂੰ 8 ਪੁਆਇੰਟ ਹੋਰ ਮਿਲ ਜਾਣੇ। ਇੱਕ ਹੋਰ ਦੱਸਿਓ, ਕਈ ਜਿਹੜਾ ਸਟੂਡੈਂਟ ਜਦੋਂ ਉਹ ਸਟੂਡੈਂਟ ਆ ਉਹਨੂੰ 20 ਘੰਟੇ ਕੰਮ ਕਰਨ ਨੂੰ ਮਿਲ ਰਹੇ ਆ, ਕੁਝ ਸਟੂਡੈਂਟ ਕਹਿੰਦੇ ਵੀ ਅਸੀਂ ਕੰਮ ਕਰਦੇ ਆ Amazon ਦੇ ਵਿੱਚ $22 ਮਿਲਦੇ ਆ, ਦੂਜੇ ਸਟੂਡੈਂਟ ਕਹਿੰਦੇ ਵੀ ਅਸੀਂ ਇੱਕ ਪੇਂਟ ਵਾਲੇ ਕੋਲ ਕੰਮ ਕਰਦੇ ਆ, ਡਾਲਰ ਸਾਨੂੰ 8 ਹੀ ਮਿਲਦੇ ਆ। ਜਦੋਂ ਸਟੂਡੈਂਟ ਆ, ਵਰਕ ਪਰਮਿਟ ਨਹੀਂ ਆ ਜੀ, ਡਾਲਰ ਸਾਨੂੰ 8 ਹੀ ਮਿਲਦੇ ਆ, ਪਰ ਇਸ ਬੰਦੇ ਨੇ ਸਾਡੀ ਉਦੋਂ ਮਦਦ ਕਰਨੀ ਹੈ ਜਦੋਂ ਅਸੀਂ ਪੱਕੇ ਹੋਣਾ। ਉਹ ਕੀ ਮਾਮਲਾ ਹੈ ਜੀ? ਉਹਦਾ ਮਾਮਲਾ ਇਹ ਜੀ, ਪਹਿਲਾਂ ਤਾਂ ਇਹ ਦੇਖਣਾ ਪੈਣਾ ਮਦਦ ਕਰਨ ਦੇ ਯੋਗ ਵੀ ਹੈਗਾ ਕਿ ਨਹੀਂ ਹੈਗਾ। ਬਾਕੀ $8 ਤਾਂ ਮਿਨੀਮਮ ਵੇਜ ਹੈ ਨਹੀਂ ਕਿ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਮਿਨੀਮਮ ਵੇਜ ਆਲਮੋਸਟ 1685 ਆ ਸ਼ਾਇਦ, ਤੇ ਉਦੋਂ ਤਾਂ ਇਹ ਮੋਸਟਲੀ 17 ਤੋਂ ਤਾਂ ਉੱਤੇ ਹੀ ਹੋਣੀ ਚਾਹੀਦੀ। 8 ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਉਹ ਦਿੰਦੇ ਆ ਉਹਨਾਂ ਨੂੰ। ਤੇ ਬਾਕੀ ਸਪੋਰਟ ਦੀ ਗੱਲ ਆ, ਜਦੋਂ ਤੁਸੀਂ PNP ਦੇ ਵਿੱਚ ਫਾਈਲ ਪਾਉਣੀ ਆ ਆਪਣੀ ਪੂਲ ਦੇ ਵਿੱਚ, ਤੁਹਾਨੂੰ ਉਸ EMPLOYER ਦੇ ਨਾਲ ਜੌਬ ਕੰਟਰੈਕਟ ਤੇ ਜੌਬ ਆਫਰ ਫਾਰਮ ਵੀ ਨਾਲ ਸਾਈਨ ਕਰਨਾ ਪੈਣਾ। ਇਹਦੇ ਵਿੱਚ ਸਾਰੀਆਂ ਟਰਮਸ ਕੰਡੀਸ਼ਨਸ ਹੋਣਗੀਆਂ ਵੀ ਇਹਨੂੰ ਅਸੀਂ ਇੰਨੀ ਪੈਸਿਆਂ ਤੇ ਹਾਇਰ ਕੀਤਾ, ਇਹਦੀ ਵਕੇਸ਼ਨ ਪੇ ਆ, ਹੌਲੀਡੇ ਪੇ ਆ। ਉਸ ਤੋਂ ਬਾਅਦ ਇਹ ਵੀ ਦੇਖਣਾ ਪੈਂਦਾ ਇਸ EMPLOYER ਦੇ ਕੋਲੇ ਪੇਰੋਲ ਦੇ ਉੱਤੇ ਕਿੰਨੇ ਬੰਦੇ ਆ। ਜਿਵੇਂ ਲੋਅਰ ਮੇਲ ਆਪਣੇ ਗ੍ਰੇਟਰ ਵੈਂਕੂਵਰ ਏਰੀਆ, ਇੱਥੇ ਜੇ ਆਪਾਂ ਦੇਖਣਾ ਹੋਵੇ ਵੀ ਕਿਹੜਾ EMPLOYER ਐਲੀਜੀਬਲ ਆ, ਉਹਦੇ ਕੋਲੇ 5 ਬੰਦੇ ਪੇਰੋਲ ਤੇ ਚਾਹੀਦੇ ਆ। ਜਿਵੇਂ ਐਬਸਫੋਰਡ ਦਾ ਏਰੀਆ, ਉੱਧਰਲੇ ਪਾਸੇ ਚਲਾਵੈਕ, ਉੱਥੇ ਤੁਹਾਨੂੰ 3 ਬੰਦੇ EMPLOYE ਚਾਹੀਦੇ ਆ ਪੇਰੋਲ ਦੇ ਉੱਤੇ ਪੱਕੇ ਤੌਰ ਤੇ, ਤਾਂ ਹੀ ਉਹ EMPLOYE BC PNP 'ਚ ਸਪੋਰਟ ਕਰ ਸਕਦਾ। ਕਈ ਲੋਕ ਕਹਿੰਦੇ ਕਲੋਨੇ ਚਲੇ ਜਾਓ, ਉੱਥੇ ਛੇਤੀ ਪੱਕਾ ਹੁੰਦਾ, ਉਹਦੇ ਮਤਲਬ BC ਦੇ ਵਿੱਚ ਹੀ। ਇਹ ਪੁਆਇੰਟਾਂ ਦਾ ਕੀ ਫਰਕ ਆ? ਉਹ ਰੀਜਨ ਦਾ ਫਰਕ ਆ ਜੀ। ਜੇ ਤੁਸੀਂ ਗ੍ਰੇਟਰ ਵੈਨਕੂਵਰ 'ਚ ਕੰਮ ਕਰਦੇ ਹੋ ਤੁਹਾਨੂੰ BC PNP 'ਚ 0 ਪੁਆਇੰਟ ਮਿਲਦੇ। ਜੇ ਤੁਸੀਂ ਚਲੇ ਜਾਂਦੇ ਹੋ ਕਲੋਨੇ ਦੇ ਵਿੱਚ ਉੱਥੇ 4 ਪੁਆਇੰਟ ਮਿਲਦੇ। ਜੇ ਕੂਟਨੀ 'ਚ ਚਲੇ ਜਾਂਦੇ ਹੋ ਉੱਥੇ 8 ਜਾਂ 10 ਮਿਲਦੇ ਆ। ਉਹ ਰੀਜਨਲ ਜਿਸ ਰੀਜਨ ਦੇ ਵਿੱਚ ਕੰਮ ਕਰਦੇ ਹੋ, ਜਿੱਥੇ ਸ਼ੋਰਟੇਜ ਆ ਵਰਕਰਾਂ ਦੀ, ਕੋਈ ਜਾਣਾ ਨਹੀਂ ਚਾਹੁੰਦਾ, ਉਹਨੂੰ ਸਪੋਰਟ ਕਰਨ ਦੇ ਲਈ ਐਕਸਟਰਾ ਪੁਆਇੰਟ ਦਿੰਦੇ ਆ ਵੀ ਤਾਂ ਤੁਹਾਡੀ ਫਾਈਲ PNP ਦੇ ਵਿੱਚ ਪਿਕ ਹੋ ਜਾਵੇ। ਬਹੁਤੇ ਸਟੂਡੈਂਟ ਇੱਦਾਂ ਅਕਸਰ ਗੱਲ ਕਰਦੇ ਵੀ ਸਾਨੂੰ ਉੱਥੇ ਕੰਮ ਚਾਹੀਦਾ ਜਾਂ ਇੱਦਾਂ ਦੀ ਕੋਈ ਸਪੋਰਟਿੰਗ ਲੈਟਰ ਚਾਹੀਦੀ ਆ ਜਿਹੜਾ ਇਹ ਕਵੇ ਵੀ ਇਹ ਸੁਪਰਵਾਈਜ਼ਰ ਜਾਂ ਮੈਨੇਜਰ ਦੀ ਪੋਜੀਸ਼ਨ ਤੇ ਕੰਮ ਕਰਦਾ, ਇੰਨੀ ਇਹਦੀ ਪੇ ਆ। ਉਸ ਮਾਮਲੇ 'ਚ ਫੇਰ ਕਿਤੇ ਨਾ ਕਿਤੇ ਐਕਸਪਲੋਇਟੇਸ਼ਨ ਹੁੰਦੀ ਆ। ਜਾਂ ਤਾਂ ਸੱਚੀ ਸੁਪਰਵਾਈਜ਼ਰ ਹੈਗਾ, ਫਿਰ ਜੇ ਉਹ ਸੱਚੀ ਸੁਪਰਵਾਈਜ਼ਰ ਆ ਤਾਂ ਕੀ ਉਹਨੂੰ ਉਹ ਲੈਟਰ ਜਿਹੜਾ EMPLOYER ਆ ਉਹ ਦੇ ਦਿੰਦਾ? ਇਹ ਲੈਟਰ ਦਾ ਕੀ ਰੌਲਾ ਹੁੰਦਾ ਜੀ? ਇਹਦਾ ਲੈਟਰ ਦਾ ਉਹੀ ਜਿਹੜਾ ਪਹਿਲਾਂ ਦੱਸਿਆ ਜੀ, 4 ਕੈਟੇਗਰੀਜ਼ ਆ ਇਹ NOC A, B, C and D। ਜੇ C and D ਆ ਉਹਨੂੰ 5 ਪੁਆਇੰਟ ਹੀ ਮਿਲਦੇ ਆ BC PNP 'ਚ। ਜੇ ਸੁਪਰਵਾਈਜ਼ਰ ਆ, ਰੀਅਲ ਸੁਪਰਵਾਈਜ਼ਰ ਆ ਜਾਂ ਕੋਈ ਇੱਦਾਂ ਕੁਛ ਕਰ ਰਿਹਾ ਅੰਡਰ ਦਾ ਟੇਬਲ ਵੀ, ਪਰ ਜੇ ਸੁਪਰਵਾਈਜ਼ਰ ਆ ਉਹਨੂੰ 10 ਪੁਆਇੰਟ ਮਿਲਦੇ ਆ। ਤੇ ਬਾਕੀ ਜਿਹੜੀ ਵੇਜ ਸਕੇਲ ਆ ਉਹ ਵੀ ਮੈਟਰ ਕਰਦੀ ਆ। ਜੇ ਕਿਸੇ ਦੇ ਬੰਦੇ ਦੀ $30,000 ਈਅਰਲੀ ਪੇ ਆ ਤਾਂ ਉਹਦੇ ਸਰਟਨ ਪੁਆਇੰਟ ਨੇ। ਜੇ ਉਹਦੀ 60 ਆ ਤਾਂ ਉਹਦੇ ਸਰਟਨ ਪੁਆਇੰਟ ਨੇ। ਜੇ ਕੋਈ ਸਕਿਲ ਟ੍ਰੇਡ 'ਚ ਬੰਦਾ ਕੰਮ ਕਰਦਾ, ਲੈਟਸ ਸੇ ਇਲੈਕਟ੍ਰੀਸ਼ੀਅਨ ਆ, ਉਹ ਮਿਨੀਮਮ $28 to $30 ਉਹਨੇ ਲੈਣੇ। ਉਹਨੇ ਅਰਾਊਂਡ $50,000 to $60,000 ਬਣਾਉਣੇ ਆ, ਤੇ ਉਹਦੇ ਵਿੱਚ ਉਹਨੂੰ ਪੁਆਇੰਟ ਜ਼ਿਆਦਾ ਮਿਲਣੇ ਆ ਰਿਗਾਰਡ ਦੂਜੇ ਦੇ ਨਾਲੋਂ ਜਿਹੜਾ ਕਿ ਬੇਸਿਕ ਪੇ ਤੇ ਕੰਮ ਕਰ ਰਿਹਾ। ਤੇ ਉਹ ਜਿਹੜੀ ਪੇ ਸਕੇਲ ਜਿਹੜੀ ਤੁਹਾਡੀ ਪੇ ਸਟਾਫ ਬਣਦਾ, ਉਹਦੀ ਜਿਹੜੀ ਪਰ ਆਵਰ ਰੇਟ ਆ ਉਹ ਵੀ ਇਸ BC PNP ਦੇ ਵਿੱਚ ਉਹਦੇ ਪੁਆਇੰਟ ਐਕਸਟਰਾ ਲੈਣ ਦੇ ਵਿੱਚ ਮਦਦ ਕਰਦਾ। ਕਈ ਕਹਿੰਦੇ ਤੁਹਾਡੇ ਰਿਸ਼ਤੇਦਾਰ ਇੱਥੇ ਹੋਣ, ਤੁਹਾਡਾ ਵਿਆਹ ਹੋਇਆ ਹੋਵੇ, ਵਾਈਫ ਪੜ੍ਹੀ ਜਾਂ ਕੰਮ ਕਰਦੀ, ਇਹਦੀ ਵੀ ਕੋਈ ਮਦਦ ਹੁੰਦੀ ਹੈ? ਇਹਦੀ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦੀ ਹੈ। ਇਹਦੀ BC PNP ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਇਹਦੀ ਐਕਸਪ੍ਰੈਸ ਐਂਟਰੀ ਜਿਹੜੀ ਪ੍ਰੋਫਾਈਲ ਆ ਉੱਥੇ ਜਦੋਂ ਪੁਆਇੰਟ ਹੁੰਦੇ ਆ, ਉਹਦੇ ਵਿੱਚ ਜੇ ਤੁਸੀਂ ਸਰਟਨ ਐਜੂਕੇਸ਼ਨ ਕੀਤੀ ਹੋਈ ਆ, ਤੁਹਾਡੀ ਏਜ ਫੈਕਟਰ ਉਹਨੇ ਵਿੱਚ ਆਉਂਦਾ, ਤੇ ਤੁਹਾਡੀ ਸਪਾਊਸ ਐਜੂਕੇਟਡ ਆ, ਬੈਚਲਰ ਡਿਗਰੀ ਉਹਦੇ ਅਲੱਗ ਆ, ਮਾਸਟਰ ਡਿਗਰੀ ਉਹਦੇ ਅਲੱਗ ਆ। ਜੇ ਕੋਈ ਬਲੱਡ ਰਿਲੇਸ਼ਨ ਦੇ ਵਿੱਚ ਬੰਦਾ ਹੈਗਾ ਉਹਦੇ ਪੁਆਇੰਟ ਨਾਲ ਮਿਲਦੇ ਆ, ਪਰ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦੇ ਆ ਜਿੱਥੇ ਜਾ ਕੇ PR ਹੋਣੀ ਹੈ। ਪਰ ਜਿਹੜੀ BC PNP ਆ ਇਹ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟ ਵਧਾਉਣ ਦੇ ਵਿੱਚ ਮਦਦ ਕਰਦੀ ਹੈ, ਜਿਹਦੇ ਇਕੱਲੀ ਦੇ 600 ਪੁਆਇੰਟ ਤੇ ਰੈਗੂਲਰ ਡਰਾ 450 460 70 ਦੇ ਉੱਤੇ ਫਲੋਟ ਕਰਦਾ ਰਹਿੰਦਾ। ਜਿੱਦਾਂ ਮੈਂ ਪਹਿਲਾਂ ਕਿਹਾ ਵੀ ਮੰਨ ਲਓ ਇੱਕ ਬੰਦੇ ਨੂੰ ਘੱਟ ਪੇ ਮਿਲਦੀ ਆ, ਇੱਦਾਂ ਹੀ ਮੰਨ ਲਓ ਇੱਕ ਬੰਦਾ ਕਹਿੰਦਾ ਮੈਂ ਵਿਨੀਪੈਗ ਦੇ ਵਿੱਚ ਆ ਜੀ, ਮੈਂ ਤੇਰੇ ਨਾਲੋਂ ਬਾਅਦ 'ਚ ਆਇਆ ਸੀ, ਮੈਨੂੰ ਪੁਆਇੰਟ ਵੀ ਘੱਟ ਮਿਲੇ, ਮੈਨੀਟੋਬਾ ਦੇ ਵਿੱਚ ਮੈਂ ਪਹਿਲਾਂ ਪੱਕਾ ਹੋ ਗਿਆ, ਤੁਸੀਂ ਵੈਨਕੂਵਰ 'ਚ ਬੈਠੇ, ਤੁਸੀਂ ਬਾਅਦ 'ਚ ਪੱਕੇ ਹੋਏ, ਇਹ ਵੀ ਫਰਕ ਆ? ਇਹ ਵੀ ਫਰਕ ਹੈ ਜੀ। ਉਹ ਸਟੇਟਸ ਦਾ ਫਰਕ ਆ, ਕਈ ਸਟੇਟਸ ਦੇ ਰੂਲ ਡਿਫਰੈਂਟ ਨੇ, ਫਿਰ ਉਹਨਾਂ ਤੇ ਕੈਪ ਵੀ ਆ ਵੀ ਇੰਨੇ ਬਾਅਦ ਅਸੀਂ ਆਹ ਸਾਲ ਦੀ PNP ਬੰਦ ਕਰਤੀ। ਲੈਸੇ ontario ਦੀ ਗੱਲ ਕਰਦੇ ਹਾਂ, ਜਿਹੜਾ ਪਹਿਲਾਂ ਲੱਗ ਗਿਆ ਤਾਂ ਠੀਕ ਆ, ਉਸ ਤੋਂ ਬਾਅਦ ਉਹਦੀ ਵੇਟ ਕਰਨੀ ਪੈਂਦੀ ਹੈ ਵੀ ਜਦੋਂ ਦੁਬਾਰਾ ਖੁੱਲੂਗੀ ਫਿਰ ਮੈਂ
ਲਾਉਂਗਾ। ਪਰ ਜਿਹੜੇ ਪਹਿਲੇ ਸਟੈਪ ਦੇ ਵਿੱਚ ਹੀ ਆ ਗਏ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਅਸੀਂ ਜਲਦੀ ਪੱਕੇ ਹੋ ਗਏ। ਜਿਹੜੀ BCPNP ਆ ਇਹਦਾ ਪੁਆਇੰਟ ਸਿਸਟਮ ਆ, ਇਹਦਾ ਐਵਰੀ 2 ਵੀਕਸ ਡਰਾ ਨਿਕਲਦਾ ਰਹਿੰਦਾ ਤੇ ਉੱਥੇ ਤੁਸੀਂ ਆਪਣਾ ਫਾਈਲ ਪੂਲ 'ਚ ਰੱਖੀ ਹੋਈ ਆ ਤੇ ਉਹ ਪੁਆਇੰਟ ਸਿਸਟਮ ਦੇ ਬੇਸ ਦੇ ਉੱਤੇ ਇਹ ਲੱਕ ਵੀ ਹੈਗੀ ਆ ਥੋੜ੍ਹੀ ਜਿਹੀ। ਬਾਕੀ ਆ ਜਿਹੜਾ ਤੁਹਾਨੂੰ ਦੱਸਿਆ ਹਰੇਕ ਸਟੇਟ ਦਾ ਫਰਕ ਹੈਗਾ, ਉਹਦੇ ਲਾਜ਼ ਦਾ ਫਰਕ ਹੈਗਾ। ਪਰ ਜਦੋਂ PNP ਹੋ ਜਾਂਦੀ ਆ ਉਹ ਫਿਰ ਫੈਡਰਲ ਦੇ ਵਿੱਚ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨੂੰ 600 ਪੁਆਇੰਟ ਮਿਲ ਜਾਂਦਾ ਰਿਗਾਰਡਲੈਸ ਉਹ PNP BC ਦੀ ਆ, ਉਹ PNP ਓਨਟੇਰੀਓ ਦੀ ਆ। ਉਹ ਇਹਦਾ ਇਹ ਰੀਜ਼ਨ ਆ CRS ਸਕੋਰ ਫਾਈਨਲ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਸਕੋਰ ਜ਼ਿਆਦਾ ਲੈਣ ਦੇ। ਇੱਕ ਆਖਰੀ ਸਵਾਲ, ਹੁਣ ਆਮ ਹੀ ਗੱਲ ਕਰਦੇ ਵੀ ਜਿੰਨੇ ਕੈਨੇਡਾ ਦੇ ਵਿੱਚ ਕੱਚੇ ਹੈਗੇ ਆ ਜਾਂ ਟੈਂਪਰੇਰੀ ਰੈਜ਼ੀਡੈਂਟ ਹੈਗੇ ਇਹ ਸਾਰੇ ਪੱਕੇ ਹੋ ਜਾਣੇ ਆ, ਇਸ ਗੱਲ ਦਾ ਆਧਾਰ ਕੀ ਹੈ? ਇਹਦਾ ਆਧਾਰ ਆ ਜੀ ਜਿਹੜੇ ਪਿੱਛੇ ਕੋਵਿਡ ਦੇ ਚੱਲਦਿਆਂ ਗਵਰਨਮੈਂਟ ਨੇ ਕੁਝ ਪ੍ਰੋਗਰਾਮ ਕੀਤੇ ਸੀਗੇ। ਪਹਿਲਾਂ ਤਾਂ ਜਿਹੜੀ CEC ਕਲਾਸ ਸੀਗੀ ਜਿਹਦੇ 'ਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਹਿ ਦਿੰਦੇ, ਜਿਹੜੀ ਫੈਡਰਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਸਕੋਰ ਬਹੁਤ ਘਟਾਤਾ ਸੀਗਾ। ਓਨਲੀ ਜਿਹਦੇ 75 ਸਕੋਰ ਸੀਗੇ ਉਹ ਬੰਦਾ ਅਪਲਾਈ ਕਰ ਸਕਦਾ ਸੀ। 75 ਸਕੋਰ ਏਜ ਦੇ ਨਾਲ ਤਾਂ ਬੜੇ ਈਜ਼ੀ ਤੇ 5 ਬੈਂਡ ਹੋਣੇ ਚਾਹੀਦੇ ਆ। ਆਈਲੈਟਸ ਦੇ ਨਾਲ ਬਹੁਤ ਬੰਦੇ ਪੱਕੇ ਹੋ ਗਏ ਸੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਪ੍ਰੋਗਰਾਮ ਕਰਾਇਆ, ਜਿਵੇਂ ਪਹਿਲਾਂ ਜਿਹੜਾ ਲੇਬਰ ਵਰਕਰ ਸੀ ਉਹ ਅਪਲਾਈ ਨਹੀਂ ਕਰ ਸਕਦਾ ਸੀਗਾ ਐਜ਼ ਪਰਮਾਨੈਂਟ ਰੈਜ਼ੀਡੈਂਸ, ਪਰ ਇਹਨਾਂ ਨੇ ਇੱਕ ਪ੍ਰੋਗਰਾਮ ਚਲਾਇਆ TR to PR। ਉਹਦੇ 'ਚ ਜਿਹਨੂੰ 1 ਸਾਲ ਦਾ ਐਕਸਪੀਰੀਅੰਸ ਆ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲਈ ਆਪਣੀ ਫਾਈਲ ਪਾ ਸਕਦਾ। ਉਹਦੇ ਵਿੱਚ ਬਹੁਤ ਲੋਕ ਪੱਕੇ ਹੋਏ ਸੀ। ਇਹੀ ਗਵਰਨਮੈਂਟ ਦੇ ਪ੍ਰੋਗਰਾਮ ਆਉਂਦੇ ਰਹਿੰਦੇ। ਪੱਕਾ ਹੋਣ ਦਾ ਕਾਰਨ ਕਿ ਪਿਛਲੇ ਸਾਲ ਇਹਨਾਂ ਨੇ ਆਪਦਾ 4,10,000 ਦਾ ਜੋ ਵੀ ਟੀਚਾ ਸੀ ਪੱਕਾ ਕਰ ਲਿਆ। ਇਸ ਸਾਲ ਫਿਰ ਇਹਨਾਂ ਨੂੰ 4,10,000 ਪਰਮਾਨੈਂਟ ਰੈਜ਼ੀਡੈਂਸੀ ਦੇਣੀ ਹੈ। ਪਰ ਜੇ ਉਹਨਾਂ ਨੂੰ ਬੰਦੇ ਨਹੀਂ ਮਿਲ ਰਹੇ, ਬਾਹਰੋਂ ਆ ਨਹੀਂ ਰਹੇ, ਤਾਂ ਉਹ ਟਰਾਈ ਕਰਦੇ ਆ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਚਲਾ ਕੇ ਬਈ ਜਿਹੜੇ ਅੰਦਰ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ ਅਸੀਂ ਗੱਲਬਾਤ ਕੀਤੀ TPSC ਇਮੀਗ੍ਰੇਸ਼ਨ ਤੋਂ ਤਜਿੰਦਰ ਹੋਣਾ ਦੇ ਨਾਲ। ਜਿਹੜੇ ਤਾਂ ਸਟੂਡੈਂਟ ਆ ਕੇ ਪੁਰਾਣੇ ਹੋ ਗਏ ਉਹਨਾਂ ਨੂੰ ਇਹ ਸਾਰਾ ਪ੍ਰੋਸੈਸ ਪਤਾ ਲੱਗ ਜਾਂਦਾ, ਬਹੁਤਿਆਂ ਨੂੰ ਪਹਿਲਾਂ ਪਤਾ ਹੁੰਦਾ। ਪਰ ਇੱਕ ਵੱਡੀ ਗਿਣਤੀ ਉਹਨਾਂ ਵਿਦਿਆਰਥੀਆਂ ਦੀ, ਇੰਟਰਨੈਸ਼ਨਲ ਵਿਦਿਆਰਥੀਆਂ ਦੀ ਇੱਥੇ ਵੈਨਕੂਵਰ, ਕੈਨੇਡਾ, ਟੋਰਾਂਟੋ ਕਿਤੇ ਵੀ ਹੈਗੀ ਆ, ਜਿਨ੍ਹਾਂ ਨੂੰ ਇਹ ਪ੍ਰੋਸੈਸ ਦਾ ਨਹੀਂ ਪਤਾ। ਉਹ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਯਕੀਨ ਕਰਦੇ ਆ ਤੇ ਜਿੱਦਾਂ ਕੋਈ ਸੀਨੀਅਰ ਸਟੂਡੈਂਟ ਉਹਨਾਂ ਨੂੰ ਪਹਿਲਾਂ ਆਇਆ ਗਾਈਡ ਕਰ ਦਿੰਦਾ ਉਸੇ ਤਰ੍ਹਾਂ ਤੁਰਦੇ ਰਹਿੰਦੇ ਆ। ਉਹਨਾਂ ਤੋਂ ਗਾਈਡੈਂਸ ਵੀ ਲਈ ਜਾ ਸਕਦੀ ਆ, ਪਰ ਇਸ ਪ੍ਰੋਸੈਸ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਜੇ ਇਸ ਪ੍ਰੋਸੈਸ ਦਾ ਪਤਾ ਆ ਤਾਂ ਕਿਤੇ ਨਾ ਕਿਤੇ ਜਿਹੜੀ ਐਕਸਪਲੋਇਟੇਸ਼ਨ ਜਾਂ ਜਿਹੜੇ ਜ਼ਿਆਦਾ ਦਿੱਕਤਾਂ ਆ ਉਹਦੇ ਤੋਂ ਬਚਿਆ ਜਾ ਸਕਦਾ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।